सलामी देगा, सलामी दे। अब दूर से जब परेड आती है उसकी साउंड कैसे होगी, जब सुशील जी के पास से निकलेगी तो उसकी साउंड कैसे होगी, जब यहाँ से फेड आउट होगी तो उसका इम्पैक्ट देखिए कैसा होगा। दूर से परेड आ रही है, एक्चुअली मेरे दीदी है इंदिरा रामपाल जी, शी इज़ डॉक्टरेट इन म्यूजिक। वो घर ना म्यूजिक सीखते सी ते गुरु जी आते सी साडे रमाकांत जी नाल तबला वजाते सी। ते मेरी आदत जिद्दां हुण छोटे सीगे ते हर एक दी आदत हुंदी ना, एवें हत्थ लाई जाना तबले नूं, एवें लाई जाना। ते उन्होंने कहना नहीं 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 तबले नूं हत्थ नहीं लगाना, तबले नूं हत्थ नहीं लगाना। मैं कहना क्यों नहीं लगाना, या तो मैनूं भी सिखाओ। कहने तू यार जदों वड्डा होएगा तैनूं सिखा देंगे। मैं क्या नहीं, इन्होंने मैंने लगता कि सिखाना नहीं। पर रमाकांत जी इज़ ए ग्रेट रिनाउंड एंड ही इज़ अ लीजेंड। मैं उन्होंने अपना बड़ा ब्रदर भी मानता। मैं क्या जे इन्होंने नहीं इतना सिखाया तो मैं कोई गल नहीं, मैं अपनी कोशिश शुरू की उदों। मैं तबले का एक बोल करने शुरू किए और शुरुआत तो मैंने कोल नहीं सी बहन दिंदा, कहंदे इन्हूं कुत्ता खंघ लगी है। क्योंकि मैं स्टार्ट करता सी, उहदी डुग्गी की आवाज़ कड़ी नहीं निकलती सी। Then I keep on practice. Then मैं 3 ताल भी बजाना शुरू कर लिया। हाँ जी, फिर कहरबाई बजाना शुरू करते हैं, लगी बजानी शुरू करती। और फॉर योर काइंड इन्फॉर्मेशन 100th माँ जदों हरिवल्लभ संगीत सम्मेलन सी, ਉਹਦੇ ਵਿੱਚ ਮੇਰੀ ਉੱਥੇ ਗੈਸਟ ਆਈਟਮ ਹੋਈ। ਉਸ ਤੋਂ ਬਾਅਦ ਅੱਜ ਤੱਕ ਕਿਸੇ ਦੀ ਨਾ ਗੈਸਟ ਆਈਟਮ ਹੋਈ ਹੈ ਨਾ ਉਹ ਕਰਨ ਦਿੰਦੇ। ਜਦੋਂ ਮੈਂ ਚੂਜ਼ ਕਰਨਾ ਨਾ ਕਿਸੇ ਨੂੰ, ਸਪੋਜ਼ ਅਗਰ 10 ਬੱਚੇ ਅਸੀਂ ਲੈਂਦੇ ਤਾਂ ਉਹਨਾਂ 'ਚ ਮੈਂ ਇੱਕੋ ਹੀ ਚੂਜ਼ ਕਰਦਾ ਹੁੰਦਾ। ਅਤੇ ਜਦੋਂ ਮੈਂ ਸਟਾਰਟ ਕਰਾਉਣਾ ਤਾਂ ਉਹ ਇਹੀ ਮੈਨੂੰ ਕਹਿਣ ਨੂੰ ਸੁਣਨ ਨੂੰ ਮਿਲਦਾ ਸੀ ਕਿ ਸਰ ਸਾਡੇ ਕੋਲੋਂ ਨਹੀਂ ਹੋਣੀ। ਪਰ ਉਸ ਮਹਾਮਾਈ ਦਾ ਸ਼ੁਕਰ ਹੈ ਕਿ ਉਹੀ ਬੱਚਾ ਗੋਲਡ ਮੈਡਲ ਜਿੱਤਦਾ ਸੀ। HMB ਕਾਲਜ ਵਨ ਆਫ ਮਾਈ ਸਟੂਡੈਂਟ ਇਜ਼ ਜਸਪ੍ਰੀਤ, ਸ਼ੀ ਇਜ਼ ਵੈਰੀ ਗੁੱਡ ਐਕਟਰ। ਉਹ ਸਟੋਨਿਕ ਵੀ ਕਰਦੀ ਸੀ। ਪਹਿਲੀ ਵਾਰੀ ਉਹਨੂੰ ਮਿਮਿਕਰੀ ਕਰਾਈ ਅਤੇ ਜਿਹੜੇ ਉਹਦੇ ਅਗੇਂਸਟ ਕੰਪੀਟੀਟਰ ਸੀ ਨਾ, ਜਿਹਨੂੰ ਕਹਿੰਦੇ ਸੀ ਬੜੇ ਸੋਲਿਡ ਕੰਪੀਟੀਟਰ ਹੈ, ਅਤੇ ਉਹਨੇ ਪਹਿਲੀ ਵਾਰੀ 'ਚ ਉਹਨਾਂ ਨੂੰ ਬੀਟ ਕਰਕੇ ਤੇ ਗੋਲਡ ਮੈਡਲ ਜਿੱਤਿਆ ਸੀ। ਇੱਕ ਦਿਨ ਉਹ ਰੋ ਰਿਹਾ ਸੀ ਅਤੇ ਮੇਰੀ ਮੈਮ ਮੈਨੂੰ ਕਹਿੰਦੇ ਤੁਸੀਂ ਬੱਚਿਆਂ ਨੂੰ ਹਸਾਉਂਦੇ ਰਹਿੰਦੇ ਹੋ, ਆਪਣਾ ਬੱਚਾ ਰੋਈ ਜਾਂਦਾ, ਇਹਨੂੰ ਤਾਂ ਚੁੱਪ ਕਰਾਓ। ਮੈਂ ਕਿਹਾ ਗਿਵ ਮੀ 5 ਮਿੰਟ। ਮੈਂ ਉਸ ਬੱਚੇ 'ਤੇ ਲੋਰੀ ਲਿਖੀ। ਫਿਰ ਲੋਰੀ ਜਿਹੜੀ ਸੈਲਫ ਰਿਟਨ, ਸੈਲਫ ਕੰਪੋਜ਼। ਦੇਖੋ ਜਦੋਂ ਬੱਚਾ ਰੋਂਦਾ ਹਰ ਕਿਸੇ ਢੰਗ ਇੱਕੋ ਹੀ ਹੁੰਦਾ ਨਾ, ਚੱਕ ਲਿਆ ਜਾਂ ਚੱਕ ਲਿਆ ਗੋਦੀ 'ਚ ਮਾਂ ਕਰਦੇ ਆ। ਮੈਂ ਉਸ ਰਿਦਮ ਨੂੰ ਲੈ ਕੇ ਲੋਰੀ ਬਣਾ ਦਿੱਤੀ। ਮੈਂ ਇੱਕ ਸਟਾਰਟਿੰਗ ਮੁਖੜਾ ਹੀ ਦਊਂਗਾ ਜ਼ਿਆਦਾ, ਕਿਉਂਕਿ ਲੋਰੀ ਲੰਬੀ ਹੋ ਜਾਂਦੀ ਹੈ। ਉਹ ਹੈ अखियों में तेरे राजा निंदिया भरी है। मैया तोरी तुझे सुनाए मीठी मीठी लोरी रे। अखियों में तेरे राजा
ਅੱਜ ਅਸੀਂ ਤੁਹਾਡੀ ਮੁਲਾਕਾਤ ਇੱਕ ਅਜਿਹੇ ਟੈਲੈਂਟਡ ਪਰਸਨ ਦੇ ਨਾਲ ਕਰਵਾਵਾਂਗੇ ਜੋ ਲਿਖ ਵੀ ਲੈਂਦੇ ਨੇ, ਗਾ ਵੀ ਲੈਂਦੇ ਨੇ। ਡਾਇਰੈਕਸ਼ਨ ਦੀ ਲਾਈਨ ਦੇ ਵਿੱਚ ਉਹਨਾਂ ਵੱਲੋਂ ਚੰਗਾ ਨਾਮ ਕਮਾਇਆ ਗਿਆ ਹੈ। ਪਰ ਗੱਲ ਕੀਤੀ ਜਾਵੇ ਜੇਕਰ ਉਹਨਾਂ ਦੀ ਮਿਮਿਕਰੀ ਦੀ, ਤਾਂ ਉਹ ਇੱਕ ਅਜਿਹੇ ਸ਼ਖਸ ਨੇ ਜਿਨ੍ਹਾਂ ਵੱਲੋਂ ਭਾਰਤ ਦੇ ਵਿੱਚ ਇਸ ਨੂੰ ਇੰਟਰੋਡਿਊਸ ਕੀਤਾ ਗਿਆ ਹੈ। ਦਵਿੰਦਰ ਸ਼ਰਮਾ ਸਾਡੇ ਨਾਲ ਮੌਜੂਦ ਨੇ, ਗੱਲਬਾत ਕਰਦੇ हैं। पहले तो सर ਤੁਹਾਡਾ ਸਵਾਗਤ ਹੈ। स्वागत तो सबसे पहले आप लोगों का जी। आप पंजाबी च गल करिए ज़्यादा वधिया रहेगा। फस्ट ऑफ ऑल पंजाब न्यूज़ का थैंक्स, सिमरन जी ਤੁਹਾਡਾ थैंक्स एंड सुशील जी का बहुत बहुत थैंक्स कि ਤੁਸੀਂ एडी गर्मी च मेरे जैसे इंसान ਨੂੰ याद ਕੀਤਾ। सो नाइस। ਸਰ ਪਹਿਲਾਂ ਤੇ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਤੁਹਾਡੀ ਮਿਮਿਕਰੀ ਦੇ ਨਾਲ ਕਰਨੀ ਹੈ। ਕੁਝ ਦਰਸ਼ਕਾਂ ਨੂੰ ਦਿਖਾਓ ਕਿੰਨੇ ਪ੍ਰਕਾਰ ਦੀ ਤੁਸੀਂ ਮਿਮਿਕਰੀ ਕਰਦੇ ਹੋ। ਦੇਖੋ ਮਿਮਿਕਰੀ ਇੱਕ ਐਸੀ ਚੀਜ਼ ਹੈ ਜਿਹਦੇ ਪ੍ਰਕਾਰ ਨਹੀਂ ਹੁੰਦੇ ਜੀ, ਉਹਦੀਆਂ ਸਟਰੀਮਸ ਹੁੰਦੀਆਂ ਜੀ। ਮਿਮਿਕਰੀ ਕੁਝ ਲੋਕ ਐਕਟਰ ਵੌਇਸਿਸ ਕੱਢਦੇ ਆ ਔਰ ਮੇਰੀ ਜਿਹੜੀ ਮਾਸਟਰੀ ਰਹੀ ਉਹ ਟੈਕਨੀਕਲ ਸਾਊਂਡ 'ਚ ਰਹੀ ਹੈ ਜੀ। ਜਿੰਨੇ ਵੀ ਇੰਸਟਰੂਮੈਂਟਸ ਹੈ ਜਾਂ ਬੀਟ ਹੈ ਜਾਂ ਇਫੈਕਟਸ ਹੈ ਜਾਂ ਯੂਥ ਫੈਸਟੀਵਲ 'ਚ ਜਿੰਨੀਆਂ ਵੀ ਮਿਮਿਕਰੀ ਸਟੋਰੀ ਬਾਉਂਡ ਹੈ, ਲੋਕ ਕਿਆ ਹੈ ਕਿ ਸਟੋਰੀ ਬਾਉਂਡ ਤੋਂ ਬਿਨਾਂ ਮਿਮਿਕਰੀ ਕਰਦੇ ਆ, ਹੈ ਨਾ, ਜਿਹੜੀ ਕਿ ਆਮ ਲੋਕਾਂ ਨੂੰ ਜਾਂ ਤਾਂ ਮੈਨੂੰ ਲੱਗਦਾ ਰੈਲਿਸ਼ ਨਹੀਂ ਕਰ ਪਾਉਂਦੇ। ਇਫ देयर इज अ स्टोरी बाउंड तो वो ना एक लिंक बन जाता, एक कड़ी बन जाती है जी। तो यूथ फेस्टिवल च मेला है स्टोरी बाउंड, अक्षरधाम है, ओलंपिक्स है, यूथ फेस्टिवल है, ये सारियां जिन्नियां भी स्टोरी बाउंड है ना, इस नमाने जे बंदे ने क्रिएट कीतियां, इन्वेंट कीतियां, तो वही अज तक चली जा रही हैं। तो ਉਹਦੇ ਵਿੱਚ ਸਾਊਂਡ ਦੇ ਵਿੱਚ ਹੈ ਟੈਕਨੀਕਲ ਸਾਊਂਡ ਹੈ, ਜਿਵੇਂ ਤਬਲਾ ਹੈ, ਢੋਲਕੀ ਹੈ, ਬਾਂਗੋ ਹੈ, ਕਾਂਗੋ ਹੈ, ਭੰਗੜੇ ਦਾ ਢੋਲ ਹੈ, ਬਾਕੀ ਬੀਟਸ ਹੈ। ਔਰ ਸਭ ਨਾਲੋਂ ਜਿਹੜੀ ਮੈਂ ਕਹਿੰਦਾ ਕਿ ਮੇਰੀ ਬੈਸਟ ਆਈ ਕੈਨ ਸੇ ਕਿ ਜਿਹੜੀ ਮੈਂ ਇਨਵੈਂਟ ਕੀਤੀ ਸੀ ਦਿੱਲੀ ਦੇ ਵਿੱਚ, ਉਹ ਹੈ ਮਾਰਚ ਪਾਸਟ। ਮਾਰਚ ਪਾਸਟ ਜਦੋਂ ਅਸੀਂ ਜਨਪਥ 'ਤੇ ਜਦੋਂ ਰਾਸ਼ਟਰੀ ਧਵਜ ਲਹਿਰਾਉਂਦਾ ਅਤੇ ਉੱਥੇ ਉਹ ਜਦੋਂ ਅਸੀਂ ਸਲਾਮੀ ਦਿੰਦੇ ਹਾਂ, तो मेरा ख्याल है कि ਜਦੋਂ ਵੀ ਅਸੀਂ ਆਗਾਜ਼ ਕਰਦੇ ਹਾਂ ਜਾਂ ਤਾਂ ਆਪਾਂ ਸ਼ੰਖ ਤੋਂ ਕਰਦੇ ਹਾਂ ਜਾਂ ਫਿਰ ਸਲਾਮੀ ਤੋਂ ਕਰਦੇ ਹਾਂ, ਸਲੂਟ ਤੋਂ ਕਰਦੇ ਹਾਂ। ਸਲੂਟ ਹੈ ਤੁਹਾਡੇ ਚੈਨਲ ਨੂੰ, ਸਲੂਟ ਹੈ ਟੂ ਯੂ ਆਲ। ਅਤੇ ਮੈਂ ਮਾਰਚ ਪਾਸ ਦੀ ਨਾ ਇੱਕ ਰਿਦਮ ਤੁਹਾਨੂੰ ਦਿੰਦਾ ਜੀ, ਫੀਲ ਕਰਿਓ ਕਿ 450 ਬੈਂਡ ਇਕੱਠਾ ਵੱਜੇਗਾ, ਪਹਿਲੇ ਟਰੰਪਟ ਵੱਜੇਗਾ, ਹੈਲੀਕਾਪਟਰ ਲੈਂਡ ਹੋਏਗਾ, ਇੱਥੇ ਹੀ ਲੈਂਡ ਕਰਾ ਦਿੰਦੇ ਹਾਂ ਜੀ। सलामी देगा, सलामी दे। अब दूर से जब परेड आती है उसकी साउंड कैसे होगी, जब सुशील जी के पास से निकलेगी तो उसकी साउंड कैसे होगी, जब यहाँ से फेड आउट होगी तो उसका इम्पैक्ट देखिए कैसा होगा। दूर से परेड आ रही है, ਇਹ ਐਕਚੁਅਲੀ ਕਿਆ ਹੈ, ਟੋਟਲੀ ਡਿਪੈਂਡ ਅਪੋਨ ਦਾ ਸਾਊਂਡ ਸਿਸਟਮ। ਜਦੋਂ ਅਸੀਂ ਸਟੇਜ 'ਤੇ ਹੁੰਦੇ ਤਾਂ ਸਾਡੇ ਕੋਲ ਬੜੀ ਹੈਵੀ ਸਾਊਂਡ ਹੁੰਦੀ ਹੈ, ਉਹਦੇ ਨਾਲ ਜੇ ਅਸੀਂ 1% ਕਰਦੇ ਹਾਂ ਨਾ ਤਾਂ ਉਹ 100% ਅੱਗੇ ਜਾਂਦਾ ਡਿਸਪਲੇ ਹੋ ਕੇ, ਠੀਕ ਹੈ। ਲੇਕਿਨ ਅਸੀਂ ਸਿਖਾ ਰਹੇ ਹਾਂ ਅਤੇ ਸਿਖਾਉਣਾ ਤਾਂ ਬਿਨਾਂ ਸਾਊਂਡ ਤੋਂ ਹੀ ਹੁੰਦਾ ਨਾ। ਉਸ ਤੋਂ ਬਾਅਦ ਅਸੀਂ ਦੇਖਦੇ ਕਿ ਇਹਦਾ ਇੰਪੈਕਟ ਕਿੰਨਾ ਕੁ ਗ੍ਰੈਬ ਕੀਤਾ ਜਾਂਦਾ। ਔਰ ਇੱਕ ਮੈਂ ਜਿਹੜੀ ਇਮੀਡੀਏਟ ਮੈਨੂੰ ਉੱਥੇ ਇਨਵੈਂਟ ਕਰਨੀ ਪਈ, ਕਿਉਂਕਿ ਸ਼ਹੀਦਾਂ ਲਈ ਅਸੀਂ ਕੀ ਕਰ ਰਹੇ ਹਾਂ, ਵਟ ਯੂ ਹੈਵ ਡਨ ਫਾਰ ਸੋਲਜਰਸ ਜਿਹੜੇ ਸਾਡੇ ਸ਼ਹੀਦ ਹੁੰਦੇ ਨੇ। ਸਰਕਾਰਾਂ ਵੀ ਕਈ ਆਈਆਂ, ਕਈ ਗਈਆਂ। ਸ਼ਹੀਦਾਂ ਲਈ ਅਸੀਂ ਇੱਕੋ ਹੀ ਦਿਨ ਮਨਾਇਆ, ਉਹਨੂੰ ਕਹਿੰਦੇ ਸ਼ਹੀਦੀ ਦਿਵਸ। सुबह आए, झंडा फहराया और चले गए, उसके बाद शहीदों को कौन याद करता। तो मैं मिमिक्री ਦੇ ਵਿੱਚ ਇੱਕ ਬਿਟ ਬਣਾਇਆ ਜਿਹੜੀ ਅਮਰ ਜੋਤੀ ਜਵਾਨ 'ਤੇ ਬੈਂਡ ਰੀਟਰੀਟ ਕਰਦਾ, ਸ਼ਰਧਾਂਜਲੀ ਦਿੰਦਾ। ਉਹ ਮੈਂ ਥਰੂ ਮਾਈ ਮਿਮਿਕਰੀ ਤੁਹਾਨੂੰ ਉਹਦਾ ਨਜ਼ਾਰਾ ਦਿੰਦਾ।
सलामी देगा, सलामी दे। हिंदी है हम, हिंदी है वतन, हिंदुस्तान हमारा। ये मैं सारी साउंड ਤੇ ਉਹਨੂੰ ਡਿਸਪਲੇ ਕਰਦਾ ਹਾਂ। ਤੇ ਸਰ ਤੁਸੀਂ ਇਸ ਦੀ ਸ਼ੁਰੂਆਤ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਤੁਸੀਂ ਸ਼ੁਰੂਆਤ ਕਦੋਂ ਕਰੀ ਸੀ? हाँ, शुरुआत का बहुत अच्छा नज़ारा भी है, एक्सपीरियंस भी है। एक्चुअली मेरे दीदी है इंदिरा रामपाल जी, शी इज़ डॉक्टरेट इन म्यूजिक। ਉਹ ਘਰ ਨਾ ਮਿਊਜ਼ਿਕ ਸਿੱਖਦੇ ਸੀ ਤੇ ਗੁਰੂ ਜੀ ਆਉਂਦੇ ਸੀ ਸਾਡੇ, ਰਮਾਕਾਂਤ ਜੀ ਨਾਲ ਤਬਲਾ ਵਜਾਉਂਦੇ ਸੀ। ਤੇ ਮੇਰੀ ਆਦਤ ਜਿੱਦਾਂ ਹੁਣ ਛੋਟੇ ਸੀਗੇ ਤੇ ਹਰ ਇੱਕ ਦੀ ਆਦਤ ਹੁੰਦੀ ਨਾ, ਐਵੇਂ ਹੱਥ ਲਾਈ ਜਾਣਾ ਤਬਲੇ ਨੂੰ, ਐਵੇਂ ਲਾਈ ਜਾਣਾ। ਤੇ ਉਹਨਾਂ ਨੇ ਕਹਿਣਾ ਨਹੀਂ ਨਹੀਂ ਨਹੀਂ, ਤਬਲੇ ਨੂੰ ਹੱਥ ਨਹੀਂ ਲਗਾਉਣਾ, ਤਬਲੇ ਨੂੰ ਹੱਥ ਨਹੀਂ ਲਗਾਉਣਾ। ਮੈਂ ਕਹਿੰਦਾ ਕਿਉਂ ਨਹੀਂ ਲਗਾਉਣਾ, ਜਾਂ ਤਾਂ ਮੈਨੂੰ ਵੀ ਸਿਖਾਓ। ਕਹਿੰਦੇ ਤੂੰ ਯਾਰ ਜਦੋਂ ਵੱਡਾ ਹੋਏਗਾ ਤੈਨੂੰ ਸਿਖਾ ਦਿਆਂਗੇ। ਮੈਂ ਕਿਹਾ ਨਹੀਂ, ਇਹਨਾਂ ਨੇ ਮੈਨੂੰ ਲੱਗਦਾ ਕਿ ਸਿਖਾਉਣਾ ਨਹੀਂ। ਪਰ ਰਮਾਕਾਂਤ ਜੀ ਇਜ਼ ਅ ਗ੍ਰੇਟ ਰਿਨਾਊਂਡ ਐਂਡ ਹੀ ਇਜ਼ ਅ ਲੀਜੈਂਡ। ਮੈਂ ਉਹਨਾਂ ਨੂੰ ਆਪਣਾ ਵੱਡਾ ਬ੍ਰਦਰ ਵੀ ਮੰਨਦਾ। ਮੈਂ ਕਿਹਾ ਜੇ ਇਹਨਾਂ ਨੇ ਨਹੀਂ ਇੱਦਾਂ ਸਿਖਾਇਆ ਤਾਂ ਮੈਂ ਕੋਈ ਗੱਲ ਨਹੀਂ, ਮੈਂ ਆਪਣੀ ਕੋਸ਼ਿਸ਼ ਸ਼ੁਰੂ ਕੀਤੀ। ਉਦੋਂ ਮੈਂ ਤਬਲੇ ਦਾ ਇੱਕ ਬੋਲ ਕੱਢਣੇ ਸ਼ੁਰੂ ਕੀਤੇ ਔਰ ਸ਼ੁਰੂਆਤ 'ਚ ਤਾਂ ਮੈਨੂੰ ਕੋਲ ਨਹੀਂ ਸੀ ਬਹਿਣ ਦਿੰਦਾ। ਕਹਿੰਦੇ ਇਹਨੂੰ ਕੁੱਤਾ ਖੰਘ ਲੱਗੀ ਹੈ, ਕਿਉਂਕਿ ਮੈਂ ਸਟਾਰਟ ਕਰਦਾ ਸੀ, ਉਹਦੀ ਡੁੱਗੀ ਦੀ ਆਵਾਜ਼ ਕੱਢੀ ਨਹੀਂ ਨਿਕਲਦੀ ਸੀ। ਦੈਨ ਆਈ ਕੀਪ ਔਨ ਪ੍ਰੈਕਟਿਸ। ਦੈਨ मैं 3 ताल भी बजाना शुरू कर लिया। अच्छा जी। हाँ जी, फिर कहर बाई बजाना शुरू करते, लगी बजानी शुरू करती। और फॉर योर काइंड इन्फॉर्मेशन 100th माँ जदों हरिवल्लभ संगीत सम्मेलन सी, ਉਹਦੇ ਵਿੱਚ ਮੇਰੀ ਉੱਥੇ ਗੈਸਟ ਆਈਟਮ ਹੋਈ। ਉਸ ਤੋਂ ਬਾਅਦ ਅੱਜ ਤੱਕ ਕਿਸੇ ਦੀ ਨਾ ਗੈਸਟ ਆਈਟਮ ਹੋਈ ਹੈ ਨਾ ਉਹ ਕਰਨ ਦਿੰਦੇ। ਔਰ ਥੈਂਕ ਟੂ ਮਾਈ ਆਲਮਾਈਟੀ ਕਿ ਮੈਂ ਵਿਲਾਇਤ ਖਾਨ ਸਾਹਿਬ ਨਾਲ ਗ੍ਰੀਨ ਰੂਮ ਦੇ ਵਿੱਚ ਝਾਲੇ ਦੇ ਨਾਲ ਤਬਲਾ ਵੀ ਵਜਾਇਆ ਬਾਈ ਮਾਊਥ। ਔਰ ਉਦੋਂ ਮੈਨੂੰ ਆਈ ਰਿਮੈਂਬਰ ਕਿ ਸ਼ਿਵ ਹੁੰਦੇ ਸੀ ਜੈਮਨੀ ਸਟੂਡੀਓ ਵਾਲੇ, ਉਹਨਾਂ ਨੇ ਪੂਰੀ ਕਵਰੇਜ ਮੇਰੀ ਆਈ ਸੀ ਉਦੋਂ। ਸਾਡੇ ਦਰਸ਼ਕਾਂ ਨੂੰ ਵੀ ਜ਼ਰੂਰ ਮੂੰਹ ਦੇ ਨਾਲ ਤਬਲਾ ਵਜਾ ਕੇ ਦਿਖਾਓ। ਹਾਂ, ਮੂੰਹ ਤਬਲਾ 3 ਤਾਲ ਜਿੱਦਾਂ। ਇਹਨੂੰ ਧਿਆਈ ਕਹਿੰਦੇ ਜੀ। ਦੈਨ ਥੋੜਾ ਮੌਸਮ ਦਾ ਤਕਾਜ਼ਾ ਹੈ, ਪਾਣੀ ਪੂਣੀ ਪੀਤਾ ਜਾਂਦਾ। ਕਾਇਦਾ ਦਿਨ ਤਾਕਦਾ ਤੇਰੇ ਦਿਨ ਤਾਕਦਾ, ਉਹਦੇ ਬੋਲ ਹੈ लगी है। ਇਹ ਲਗੀ ਚ ਆ ਜਾਂਦਾ। ਸਰ ਜਿਵੇਂ ਅਸੀਂ ਸ਼ੁਰੂਆਤ 'ਚ ਹੀ ਆਖਿਆ ਸੀ ਕਿ ਤੁਸੀਂ ਮਿਮਿਕਰੀ ਨੂੰ ਇੰਟਰੋਡਿਊਸ ਕੀਤਾ, ਉਸ ਸਫ਼ਰ ਬਾਰੇ ਦਰਸ਼ਕਾਂ ਦੇ ਨਾਲ ਜ਼ਰੂਰ ਕੁਝ ਗੱਲਾਂ ਸਾਂਝੀਆਂ ਕਰੋ। सफ़र तो ज़िंदगी के एंड तक सफ़र ही होता है, ये भी सफ़र है ना। आई इंट्रोड्यूस सो मैनी माई प्यारे प्यारे स्टूडेंट, बहुत सारे मिमिक्रीज दिते। जो मैं चूज़ करना ना किसी को, सपोज अगर 10 बच्चे असी लेने तो मैं एक ही चूज़ करता हूँ। तो जो मैं स्टार्ट कराना तो यही मैनू कहन नूं सुनन नूं मिलदा सी कि सर साडे कोलों नहीं होनी। पर उस महामाई का शुक्र है कि वही बच्चा गोल्ड मैडल जितदा सी। HMB कॉलेज वन ऑफ माई स्टूडेंट इज जसप्रीत, शी इज़ वेरी गुड एक्टर। वो स्टोनिक भी करती सी, पहली बारी उन्होंने मिमिक्री कराई। तो ਜਿਹੜੇ ਉਹਦੇ ਅਗੇਂਸਟ ਕੰਪੀਟੀਟਰ ਸੀ ਨਾ, ਜਿਹਨੂੰ ਕਹਿੰਦੇ ਸੀ ਬੜੇ ਸੋਲਿਡ ਕੰਪੀਟੀਟਰ ਹੈ, ਤੇ ਉਹਨੇ ਪਹਿਲੀ ਵਾਰੀ 'ਚ ਉਹਨਾਂ ਨੂੰ ਬੀਟ ਕਰਕੇ ਤੇ 골ਡ ਮੈਡਲ ਜਿੱਤਿਆ ਸੀ। ਉਸ ਤੋਂ ਬਾਅਦ ਫਿਰ ਰੁਚੀ ਆਈ। ਉਸ ਤੋਂ ਬਾਅਦ ਕਮਲਾ ਨਹਿਰੂ ਕਾਲਜ ਮੈਂ ਡਾਇਰੈਕਸ਼ਨ ਦਿੱਤੀ ਹੈ 8 ਸਾਲ। फिर DVED कॉलेज ऐसी डायरेक्शन दी, होल थिएटर 1 एक्ट प्ले स्किट माइम न्यू कंसैप्ट लैके। जो वैन एवर यू इंट्रोड्यूस न्यू कंसैप्ट दैन एवरीबडी रैलिश। जो वही आप किसी पीढ़ी करी जावांगे तो मैनू नहीं लगता कि लोग उन्होंने रैलिश करते या इंजॉय करते।
ਅਗਰ ਤੁਹਾਡਾ ਕਨਸੈਪਟ ਅੱਛਾ ਹੈ, ਤੁਹਾਡੀ ਗੱਲਬਾਤ ਦਾ ਢੰਗ ਅੱਛਾ ਹੈ, ਡਿਸਪਲੇ ਕਰਨ ਦਾ ਢੰਗ ਅੱਛਾ ਹੈ, ਪ੍ਰੈਜੈਂਟੇਸ਼ਨ ਤੁਹਾਡੀ ਅੱਛੀ ਹੈ, ਤੇ ਆਈ ਥਿੰਕ ਐਵਰੀਬਾਡੀ ਗਿਵਸ ਯੂ ਦਾ ਅਪਲਸ। ਸਰ ਇਸ ਤੋਂ ਇਲਾਵਾ ਤੁਸੀਂ ਗਾਉਂਦੇ ਵੀ ਹੋ, ਤੇ ਥੋੜੇ ਜਿਹੇ ਗੀਤ ਵੀ ਦਰਸ਼ਕਾਂ ਨੂੰ ਸੁਣਾਓ ਤੇ ਉਸ ਬਾਰੇ ਵੀ ਦੱਸੋ, ਉਹ ਸਫ਼ਰ ਤੁਹਾਡਾ ਕਿਵੇਂ ਸ਼ੁਰੂ ਹੋਇਆ ਸੀ, ਡਾਇਰੈਕਸ਼ਨ ਬਾਰੇ ਵੀ ਦੱਸੋ। ਦੇਖੋ, ਲਿਖਣ ਦਾ ਜਿੱਥੇ ਤੱਕ ਤਾਲੁਕ ਹੈ, ਉਹਦੇ 'ਚ ਸਭ ਨਾਲੋਂ ਵੱਡਾ ਜਿਹੜਾ ਹੱਥ ਮੇਰੇ ਵੱਡੇ ਬੇਟੇ ਦਾ। ਮੇਰੇ 3 ਬੇਟੇ ਹੈ ਜੀ। ਔਰ ਮੈਂ ਕਦੀ ਕਦੀ ਇਹ ਵੀ ਕਹਿੰਦਾ ਹੁੰਦਾ ਕਿ ਮੈਨੂੰ ਪ੍ਰਭੂ ਨੇ ਬ੍ਰਹਮਾ ਵਿਸ਼ਨੂੰ ਮਹੇਸ਼ ਮੇਰੇ ਘਰ 'ਚ ਹੀ ਨੇ, ਔਰ ਤਿੰਨੋਂ ਹੀ ਬੱਚੇ ਬੜੀ ਕੇਅਰ ਕਰਦੇ ਆਪਸ 'ਚ। ਐਂਡ ਮਾਈ ਐਲਡਰ ਸਨ ਹੀ ਇਜ਼ ਨਾਟ ਇੰਡੀਪੈਂਡੈਂਟ ਬਟ ਹੀ ਇਜ਼ ਆਵਰ ਮੇਨ ਕ੍ਰਿਟਿਕਸ। ਅਸੀਂ ਕੋਈ ਵੀ ਤਿਆਰੀ ਕਰਦੇ ਹਾਂ ਜਾਂ ਮੂਵੀ ਕਰਦੇ ਹਾਂ ਜਾਂ ਪਲੇ ਕਰਦੇ ਹਾਂ ਜਾਂ ਸਕਿਟ ਮਾਈਮ ਜੋ ਵੀ ਹੈ, ਅਸੀਂ ਫਾਈਨਲ ਜਦੋਂ ਉਹਨਾਂ ਨੂੰ ਦਿਖਾਉਂਦੇ ਹਾਂ ਨਾ, ਤੇ ਉਹਦੇ ਵਿੱਚੋਂ ਵੀ ਉਹ ਗਲਤੀਆਂ ਕੱਢ ਦਿੰਦੇ ਆ। ਕੋਸਟਿਊਮ 'ਚ ਗਲਤੀ ਕੱਢ ਦਿੰਦੇ ਆ, ਐਕਟਿੰਗ 'ਚ ਗਲਤੀ ਕੱਢ ਦਿੰਦੇ ਆ। ਇੰਨੀ ਅੱਛੀ ਵੋਕੈਬਲਰੀ ਆ ਉਸ ਬੱਚੇ ਦੀ। ਔਰ ਸੱਚੇ ਮੈਨੇ 'ਚ ਲਿਖਾਉਣਾ ਉਹਨਾਂ ਨੇ ਸ਼ੁਰੂ ਕੀਤਾ ਮੈਨੂੰ ਕਿ ਪਾਪਾ ਯੂ ਸ਼ੁੱਡ ਰਾਈਟ ਸਮਥਿੰਗ, ਲਿਖਣਾ ਸ਼ੁਰੂ ਕਰੋ। ਇੱਕ ਦਿਨ ਉਹ ਰੋ ਰਿਹਾ ਸੀ ਤੇ ਮੇਰੀ ਮੈਮ ਮੈਨੂੰ ਕਹਿੰਦੇ ਤੁਸੀਂ ਬੱਚਿਆਂ ਨੂੰ ਹਸਾਉਂਦੇ ਰਹਿੰਦੇ ਹੋ, ਆਪਣਾ ਬੱਚਾ ਰੋਈ ਜਾਂਦਾ, ਇਹਨੂੰ ਤਾਂ ਚੁੱਪ ਕਰਾਓ। ਮੈਂ ਕਿਹਾ ਗਿਵ ਮੀ 5 ਮਿੰਟ। ਮੈਂ ਉਸ ਬੱਚੇ 'ਤੇ ਲੋਰੀ ਲਿਖੀ। ਫਿਰ ਲੋਰੀ ਜਿਹੜੀ ਸੈਲਫ ਰਿਟਨ, ਸੈਲਫ ਕੰਪੋਜ਼। ਦੇਖੋ, ਜਦੋਂ ਬੱਚਾ ਰੋਂਦਾ ਹਰ ਕਿਸੇ ਦਾ ਢੰਗ ਇੱਕੋ ਹੀ ਹੁੰਦਾ ਨਾ, ਚੱਕ ਲਿਆ ਜਾਂ ਚੱਕ ਲਿਆ ਗੋਦੀ 'ਚ ਮਾਂ ਕਰਦੇ ਆ। ਮੈਂ ਉਸ ਰਿਦਮ ਨੂੰ ਲੈ ਕੇ ਲੋਰੀ ਬਣਾਤੀ। ਮੈਂ ਇੱਕ ਸਟਾਰਟਿੰਗ ਮੁਖੜਾ ਹੀ ਦਊਂਗਾ ਜ਼ਿਆਦਾ, ਕਿਉਂਕਿ ਲੋਰੀ ਲੰਬੀ ਹੋ ਜਾਂਦੀ ਹੈ। ਉਹ ਹੈ अखियों में तेरे राजा निंदिया भरी है, मैया तोरी तुझे सुनाए मीठी मीठी लोरी रे। अखियों में तेरे राजा इसके स्टैंजे बहुत अच्छे हैं। इसके स्टैंजे में उसकी सारी मैंने बताया कि जब बच्चा चलता है, गिरता है, उड़ता है, वो सारा उसमें लिया। होले होले जैसे चले ठंडी हवा, धीरे धीरे ऐसे निंदिया रानी तू आ। होले होले जैसे चले ठंडी हवा, धीरे धीरे ऐसे निंदिया रानी तू आ। बाहों के झूले में झूला झूले ऐसे मुन्ने राजा तू सोले, हुई है रात बड़ी। बेहद खूबसूरत सर। ਸਰ ਆਪਣੀਆਂ ਉਪਲਬਧੀਆਂ ਬਾਰੇ ਵੀ ਦੱਸੋ। ਅਸੀਂ ਦੇਖ ਰਹੇ ਹਾਂ ਬਹੁਤ ਸਾਰੇ ਇੱਥੇ ਮੈਡਲ ਪਏ ਹੋਏ ਨੇ, ਟਰੋਫੀਜ਼ ਪਈਆਂ ਹੋਈਆਂ ਨੇ, ਤੁਹਾਨੂੰ ਕਾਫੀ ਸਨਮਾਨਿਤ ਕੀਤਾ ਗਿਆ, ਉਸ ਬਾਰੇ ਵੀ ਦੱਸੋ। ਇਹ ਸਭ ਲੋਕਾਂ ਦਾ ਪਿਆਰ, ਲੋਕਾਂ ਦੀਆਂ ਬਲੈਸਿੰਗਸ, ਵੱਡਿਆਂ ਦੀ ਬਲੈਸਿੰਗ, ਆਪ ਜੈਸੋਂ ਕੀ ਬਲੈਸਿੰਗਸ, ਇਹ ਸਭ ਉਹਨਾਂ ਦੀ ਦੇਣ ਹੈ। ਮੈਂ ਕੁਛ ਨਹੀਂ, ਲੇਕਿਨ ਇਹ ਹੈ ਕਿ ਵੈਨ ਆਈ ਗੋਟ ਮਾਈ ਫਸਟ ਅਵਾਰਡ, ਆਲ ਇੰਡੀਆ ਬੈਸਟ ਐਕਟਰ ਅਵਾਰਡ ਮਿਲਿਆ ਜਦੋਂ ਮੈਨੂੰ, ਕਿਉਂਕਿ ਮੇਰੇ ਪਾਪਾ ਲਾਈਕ ਨਹੀਂ ਕਰਦੇ ਸੀ, ਕਿਉਂਕਿ ਮਾਈ ਹੋਲ ਫੈਮਿਲੀ ਫਰੋਮ ਡਿਫੈਂਸ, ਦੇ ਨੈਵਰ ਲਾਈਕ ਆਲ ਦਿਸ ਥਿੰਗ। ਤਾਂ ਆਈ ਐਮ ਦ ਓਨਲੀ ਪਰਸਨ ਇਨ ਮਾਈ ਫੈਮਿਲੀ ਕਿ ਜਿਹਨੇ ਇਸ ਚੀਜ਼ ਨੂੰ ਚੂਜ਼ ਕੀਤਾ ਔਰ ਡਿਫੈਂਸ ਨੂੰ ਥੋੜ੍ਹਾ ਪਿੱਛੇ ਰੱਖ ਕੇ। ਲੇਕਿਨ ਮੈਂ ਡਿਫੈਂਸ ਲਈ ਸ਼ੋਅ ਬਹੁਤ ਕੀਤੇ। ਮੈਂ ਸਾਂਬੇ ਸ਼ੋਅ ਕੀਤੇ, ਲੈਫਟੀਨੈਂਟ ਗੌਰੀ ਸ਼ੰਕਰ ਜੀ ਨਾਲ ਸ਼ੋਅ ਕੀਤੇ, ਜਨਰਲ ਜੀਓਸੀ ਹੂਨ ਜਿਹੜੇ ਸੀ ਉਹਨਾਂ ਨਾਲ ਸ਼ੋਅਜ਼ ਕੀਤੇ, ਨੰਬਰ ਆਫ ਸ਼ੋਅਜ਼ ਫॉर ਓਨਲੀ ਆਰਮੀ ਪਰਸਨ ਲਈ ਤਾਂ ਆਪਣੀ ਜਾਨ ਹਾਜ਼ਰ ਹੈ। ਮੈਨੂੰ ਇਨਵੈਂਟਰ ਆਫ ਮਿਮਿਕਰੀ ਵੀ ਕਿਹਾ ਜਾਂਦਾ, ਫਾਦਰ ਨੂੰ ਮਿਮਿਕਰੀ ਵੀ ਕਿਹਾ ਜਾਂਦਾ। ਦੈਨ ਆਈ ਗੋਟ 2014 'ਚ ਮੈਨੂੰ ਆਨਰੇਬਲ ਡਾਕਟਰ ਦੀ ਉਪਾਧੀ ਵੀ ਮਿਲੀ। ਉਹ ਸਿਰਫ ਕਹਿ ਲਓ ਕਿ ਉਹ ਕਹਿੰਦਾ ਤੁਸੀਂ ਥੀਏਟਰ 'ਚ ਕੰਮ ਕੀਤਾ ਇਸ ਕਰਕੇ। ਉਪਲਬਧੀਆਂ ਬਹੁਤ ਹੈ, ਮਤਲਬ ਅਨਕਾਊਂਟਡ ਹੈ।
ਕਿੰਨੀਆਂ ਕਿ ਤੁਹਾਨੂੰ ਮੈਂ ਗਿਣਾਈ ਜਾਊਂਗਾ, ਜੇ ਗਿਣਨ ਲੱਗੇ ਤਾਂ ਮੈਨੂੰ ਲੱਗਦਾ ਘੰਟਾ ਇੱਥੇ ਹੀ ਲੱਗ ਜਾਣਾ ਸਾਨੂੰ ਜੀ। ਬਸ ਇਹ ਹੈ ਕਿ ਲੋਕਾਂ ਦਾ ਪਿਆਰ ਮਿਲਿਆ, ਸਭ ਨਾਲੋਂ ਵੱਡੀ ਉਪਲਬਧੀ ਹੈ ਜੀ। ਸਰ ਹਰ ਇੱਕ ਆਰਟਿਸਟ ਦਾ ਗੁਰੂ ਹੁੰਦਾ ਤੇ ਗੁਰੂ ਕੋਲੋਂ ਹੀ ਸਿੱਖਦਾ ਹਰ ਇੱਕ ਇਨਸਾਨ। ਤੁਹਾਡਾ ਗੁਰੂ ਕੌਣ ਹੈ? ਇਹ ਬੜਾ ਮੈਨੂੰ ਨਾ ਨੰਬਰ ਆਫ ਟਾਈਮ ਪ੍ਰੋਫੈਸਰ ਲਖਵੀਰ ਸਰ ਸੀ, ਉਹਨਾਂ ਨੇ ਮੈਨੂੰ ਪੁੱਛਿਆ ਸੀ ਤੁਹਾਡਾ ਗੁਰੂ ਕੌਣ ਹੈ ਜੀ। ਦੇਸ਼ ਪ੍ਰਦੇਸ਼ ਵਾਲਿਆਂ ਨੇ ਪੁੱਛੇ ਤੁਹਾਡਾ ਗੁਰੂ ਕੌਣ ਹੈ। ਸੋ ਮੈਨੀ ਪੀਪਲ ਆਸਕ ਮੀ ਦਾ ਗੁਰੂ। ਮੇਰੇ ਹਿਸਾਬ ਨਾਲ ਮਾਰਗਦਰਸ਼ਕ ਜ਼ਰੂਰ ਮਿਲਦਾ ਤੁਹਾਨੂੰ, ਲੇਕਿਨ ਜਦੋਂ ਇਨਸਾਨ ਖੁਦ ਦਾ ਗੁਰੂ ਬਣਦਾ ਨਾ ਫਿਰ ਹੀ ਉਹ ਅਸਲੀ ਉਪਲਬਧੀ ਹਾਸਲ ਕਰ ਪੈਂਦਾ। ਔਰ ਮੈਂ ਕੋਸ਼ਿਸ਼ ਨੂੰ ਗੁਰੂ ਮੰਨਿਆ ਹੈ ਨਾ। ਅਗਰ ਆਪ ਸਿੰਸੀਅਰ ਐਫਰਟ ਜਾਂ ਸਿੰਸੀਅਰ ਕੋਸ਼ਿਸ਼ ਹੀ ਨਹੀਂ ਕਰੋਗੇ ਤੇ ਤੁਸੀਂ ਤਾਂ ਵੱਡੇ ਤੋਂ ਵੱਡੇ ਗੁਰੂ ਨੂੰ ਵੀ ਫੇਲ ਕਰ ਦੋਗੇ। ਹੁਣ ਅੱਜ ਤੱਕ ਮੈਨੂੰ ਕੋਈ ਐਸਾ ਗੁਰੂ ਨਹੀਂ ਦਿਖਿਆ ਜਿਹਨੇ ਤੁਹਾਡਾ ਬ੍ਰੇਨ ਫਾੜ ਕੇ ਅੰਦਰ ਕੈਸਟ ਪਾਤੀ, ਚੱਲ ਬਈ ਹੋ ਗਈ ਤਿਆਰੀ, ਜਾ ਚੱਲ ਜਾ ਕਰ ਲਾ, ਹੈ ਨਾ। ਤੁਹਾਨੂੰ ਕੋਸ਼ਿਸ਼ ਆਪਣੀ ਕਰਨੀ ਪੈਣੀ ਹੈ, ਰਿਆਜ਼ ਆਪਣਾ ਕਰਨਾ ਪੈਣਾ। ਇਨਵੈਂਸ਼ਨ ਕਰ ਲਈ ਤਾਂ ਉਹਨੂੰ ਦਿਮਾਗ ਆਪਣਾ ਲੜਾਉਣਾ ਪੈਣਾ। ਨਵੀਂ ਚੀਜ਼ ਜਦੋਂ ਵੀ ਇਨਵੈਂਟ ਕਰਦੇ ਹਾਂ ਜਾਂ ਇੱਕ ਸਲੀਕਾ ਹੀ ਹੈ, ਸਲੀਕਾ ਕਦੀ ਪੇਟ ਚੋਂ ਨਹੀਂ ਸਿੱਖਿਆ ਜਾਂਦਾ ਨਾ, ਮਾਂ ਦੇ ਆਸ਼ੀਰਵਾਦ ਨਾਲ ਹੀ ਸਿੱਖਿਆ ਜਾਂਦਾ। ਸੋ ਇਸ ਕਰਕੇ ਮੈਂ ਕੋਸ਼ਿਸ਼ ਨੂੰ ਜ਼ਿਆਦਾ समझदा कि सब नालों बड़ा गुरु कोशिश है जी। अच्छे मन से सच्चे मन से अगर आपने कोशिश करी है तो आप जिस किसी भी लाइन में हो, किसी भी स्ट्रीम में हो, उसमें सक्सेस आपको मिलेगी ही जी। सर लिखण दा भी तुहानू शौक है, की लिखदे हो ते हुण तक किन्ना क लिख चुके हो? मैं सिमरन जी सॉन्ग्स काफ़ी लिख चुके हैं, जड़े ऑल माई सॉन्ग्स रजिस्टर्ड इन मुंबई जी, राइट। और उन्हां दी रिकॉर्डिंग्स भी ਸਟੈਪ ਬਾਈ ਸਟੈਪ ਚੱਲ ਰਹੀ ਹੈ। ਰਿਕਾਰਡਿੰਗ ਵੀ ਅੱਛੇ ਲੋਕਾਂ ਦੇ ਨਾਲ, ਸੱਚੇ ਸੁੱਚੇ ਲੋਕਾਂ ਨਾਲ, ਹਾਂ, ਜਿਹੜੇ ਚੋਰੀ ਨਹੀਂ ਕਰਦੇ। ਲਿਖਣ ਦਾ ਮੈਂ ਇੱਕ ਤਾਂ ਮੇਰੇ ਬੇਟੇ ਕਰਕੇ ਮੈਂ ਲਿਖਣਾ ਸ਼ੁਰੂ ਕੀਤਾ। ਜਦੋਂ ਮੈਂ ਫਸਟ ਸੌਂਗ ਲਿਖਿਆ ਉਦੋਂ ਮੇਰਾ ਚੰਡੀਗੜ੍ਹ ਗਵਰਨਮੈਂਟ ਕਾਲਜ 'ਚ ਪ੍ਰੋਗਰਾਮ ਸੀਗਾ। ਸਮਹਾਉ ਮੈਨੂੰ ਬੱਸ 'ਚ ਜਾਣਾ ਪੈ ਗਿਆ ਅਤੇ ਮੈਂ ਬੱਸ 'ਚ ਕਦੀ ਬੈਠਾ ਨਹੀਂ, ਕਿਉਂਕਿ ਮੈਨੂੰ ਮਤਲਬ ਵੋਮਿਟ ਸ਼ੁਰੂ ਹੋ ਜਾਂਦੀ ਹੈ। ਕੋਈ ਰੀਜ਼ਨ ਐਸਾ ਬਣਿਆ ਕਿ ਮੈਨੂੰ ਬੱਸ 'ਚ ਬਹਿਣਾ ਪਿਆ। ਜਦੋਂ ਮੈਂ ਬੱਸ 'ਚ ਬੈਠਾ ਤਾਂ ਮੇਰੇ ਅੱਗੇ ਦੋ ਬਜ਼ੁਰਗ ਬੈਠੇ ਸੀ। ਉਹ ਜਦੋਂ ਗੱਲ ਕਰ ਰਹੇ ਸੀ ਨਾ ਤੇ ਉਹਨਾਂ ਦੀ ਜਿਹੜੀ ਟੋਨ ਸੀ ਦੈਟ ਵਾਜ਼ ਮਾਰਵਲਸ। ਸਵੇਰੇ 8:30 ਵਜੇ ਦਾ ਟਾਈਮ ਸੀ ਤੇ ਬੱਸ 'ਚ ਵੈਸੇ ਵੀ ਕੋਈ ਉੱਚੀ ਗੱਲ ਕਰਦਾ ਤੇ ਸਾਰਿਆਂ ਦਾ ਧਿਆਨ ਉੱਧਰ ਚੱਲ ਜਾਂਦਾ ਹੈ ਨਾ। ਤੇ ਅਸੀਂ ਓਬਜ਼ਰਵ ਕਰਦੇ ਹੁੰਦੇ ਵੀ ਸਾਨੂੰ ਕੋਈ ਡਿਫਰੈਂਟ ਟਾਈਪ ਦਾ ਕਰੈਕਟਰ ਮਿਲੇ ਤੇ ਅਸੀਂ ਉਹਨੂੰ ਕਿਤੇ ਸਕਿੱਟ 'ਚ ਜਾਂ ਕਿਸੇ ਪਲੇ 'ਚ ਜਾਂ ਕਿਸੇ ਸਟੋਰੀ 'ਚ ਇਨਵੋਲਵ ਕਰ ਲਈਏ। ਪਰ ਜਿਹੜੀਆਂ ਉਹ ਆਪਸ 'ਚ ਗੱਲਾਂ ਕਰ ਰਹੇ ਸੀ ਦੇ ਸ਼ੌਕਡ ਮੀ, ਪਰ ਮੈਂ ਸ਼ੌਕਡ ਘੱਟ ਹੈ ਉਹਦੇ ਨਾਲ ਮੇਰਾ ਲਿਖਣ ਦਾ ਜਿਹੜਾ ਤਜਰਬਾ ਸੀ ਉਹ ਸ਼ੁਰੂ ਹੋ ਗਿਆ। ਦੋ ਬਜ਼ੁਰਗ ਸੀ, ਮੈਂ ਸਿੱਧੀ ਸਿੱਧੀ ਗੱਲ ਕਰਾਂਗਾ, ਉਹਨਾਂ ਦੀ ਮੈਂ ਤੁਹਾਨੂੰ ਐਕਸੈਂਟ ਨਹੀਂ ਦੱਸਾਂਗਾ। ਉਹ ਕਹਿੰਦਾ ਮਿਲਕੀ ਸੁਣਾ ਕੀ ਹਾਲ ਹੈ, ਨੂੰਹਾਂ ਰੋਟੀ ਪਾਣੀ ਦੇ ਦਿੰਦੀਆਂ ਤੇ ਅੱਗਿਓਂ ਜਿਹੜੇ ਉਹਨਾਂ ਦੇ ਦੋਸਤ ਸੀਗੇ ਉਹਨਾਂ ਦਾ ਨਾਮ ਸੀ ਬੂਟਾ ਜੀ। ਉਹ ਕਹਿੰਦੇ ਹਾਂ ਜਿੱਦਣ ਮੁੰਡੇ ਨੂੰ ਦਫ਼ਤਰ ਰੋਟੀ ਦਿਆਵਾਂ ਉਦੋਂ ਰੋਟੀ ਮਿਲ ਜਾਂਦੀ ਹੈ, ਜਿੱਦਣ ਨਹੀਂ ਜਾ ਹੁੰਦਾ ਉਦੋਂ ਛੁੱਟੀ ਹੋ ਜਾਂਦੀ ਹੈ। ਸੀ ਦ ਡੈਪਥ ਆਫ ਦੇਅਰ ਪੇਨ ਕਿ ਜਿੱਦਣ ਉਹ ਮੁੰਡੇ ਨੂੰ ਰੋਟੀ ਦਫ਼ਤਰ ਨਹੀਂ ਦੇ ਕੇ ਆਉਂਦਾ ਉਹਨੂੰ ਰੋਟੀ ਨਹੀਂ ਮਿਲਦੀ। ਉਹ ਕਹਿੰਦਾ ਯਾਰ ਮਿਲਕੀ ਮੇਰੀ ਛੱਡ ਆਪਣੀ ਦੱਸ। ਉਹਨੇ 2 ਸੈਕਿੰਡ ਲਿੱਤੇ ਸੋਚਣ ਲਈ, ਉਸ ਤੋਂ ਬਾਅਦ ਕੀ ਬੋਲਦਾ ਉਹ, ਬਸ ਕਹਿੰਦਾ ਮੰਜੀ ਵਿਹੜੇ 'ਚ ਆ ਗਈ ਹੈ, ਉਸ ਦਿਨ ਦਾ ਇੰਤਜ਼ਾਰ ਹੈ ਕਦੋਂ ਬੂਹੋਂ ਬਾਹਰ ਹੁੰਦੀ ਹੈ। ਸਿਮਰਨ ਜੀ मैं उधर दिमाग में मेरे आया कि यार ये केड़े मुसाफिर है, ये कौन सी मंजिल पे जा रहे हैं। माँ बाप की एक ही ख्वाहिश होती है कि अगर हम जब बुज़ुर्ग हो जाते हैं तो हमारी औलाद हमारी टेक ओवर करे, हमारी टेक केयर करे, और तो कुछ नहीं जाती ना। देन आई रोड, मेरे दिमाग में उसी टाइम लाइनें आई, फ्रिक्शन ऑफ सेकेंड, हम वो राही हैं जिनकी ना कोई मंजिल, अपना न कोई यहाँ, हर कोई है बेगाना, देखो यारो देखो कैसा है ज़माना। रिश्तों की बुनियाद यहाँ सूखे पत्तों की तरह, रिश्तों की बुनियाद यहाँ सूखे पत्तों की तरह, एक ज़रा से झोंके से बिखरे राख की तरह, अरमानों की लाशों पर और नई उम्मीद नहीं, हम वो राही हैं जिनकी ना कोई मंजिल। ये मेरा फर्स्ट सॉन्ग था। अब तो मैं सिचुएशनल लिखता हूँ, जैसे कोई सिचुएशन होती है फटाफट वो लिखवा देती है सरस्वती माँ। ਮੇਰੇ ਬੇਟੇ ਨੇ ਕਿਹਾ ਜੀ ਤੁਸੀਂ ਪੰਜਾਬੀ ਨਹੀਂ ਲਿਖਦੇ। ਮੈਂ ਕਿਹਾ ਬੇਟਾ ਮੇਰਾ ਪੰਜਾਬੀ 'ਚ ਥੋੜ੍ਹਾ ਨਾ ਹੱਥ ਤੰਗ ਆ, ਕਿਉਂਕਿ ਮੈਂ ਪੰਜਾਬੀ ਲਿਖ ਨਹੀਂ ਪਾਉਂਦਾ। ਮੇਰੀ ਸਕ੍ਰਿਪਟ ਜਿਹੜੀ ਵੀ ਆਉਂਦੀ ਮੂਵੀਜ਼ ਦੀ ਜਿੰਨੀਆਂ ਵੀ ਮੈਂ ਕੀਤੀਆਂ ਰੋਮਨ 'ਚ ਆਉਂਦੀਆਂ, ਅਤੇ ਮੇਰੀ ਮੈਮ ਠੀਕ ਨਹੀਂ ਸੀ, ਥੈਂਕ ਗੋਡ ਮੈਂ ਵਾਪਸ ਉਹਨੂੰ ਲੈ ਆਇਆ। ਇੱਕ ਪ੍ਰੋਗਰਾਮ ਕਰਕੇ ਅਸੀਂ ਨੀਚੇ ਉਤਰੇ, ਸਾਰੇ ਮੈਨੂੰ ਕਹਿੰਦੇ
ਭਾਜੀ ਭਾਬੀ ਜੀ ਕਿੱਥੋਂ ਦੇ ਆ? ਉਹ ਮੈਂ ਕਿਹਾ ਤੁਹਾਨੂੰ ਮੇਰੀ ਆਈਟਮ ਨਹੀਂ ਵਧੀਆ ਲੱਗੀ ਜਿਹੜੀ ਮੇਰੀ ਪਰਸਨਲ ਆਈਟਮ ਨੂੰ ਪੁੱਛਦੇ ਪਏ ਹੋ। ਮੈਂ ਕਿਹਾ ਯਾਰ ਇਹ ਉੱਥੋਂ ਦੀ ਜਿੱਥੇ ਕੋਈ ਨਹੀਂ ਜਾਂਦਾ। ਉਹ ਕਹਿੰਦੇ ਨਹੀਂ ਦੱਸੋ ਕਿੱਥੇ। ਮੈਂ ਕਿਹਾ ਬੇਟੇ ਹਰਿਦੁਆਰ ਦੀ ਹੈ, ਤੁਸੀਂ ਜਾਣਾ। ਮੇਰੀ ਮੈਮ ਜਿਹੜੀ ਹੈ ਸ਼ੀ ਇਜ਼ ਫਰੋਮ ਹਰਿਦੁਆਰ, ਤੇ ਪਿੱਛੇ ਜੀ ਉਹਨਾਂ ਨੂੰ ਕਾਫੀ ਪ੍ਰੋਬਲਮ ਹੋ ਗਈ ਸੀ। ਥੈਂਕ ਗੋਡ ਕਿ ਸ਼ੀ ਕੇਮ ਬੈਕ, ਵਾਪਸ ਲਿਆਇਆ, ਕਿਉਂਕਿ ਉਹਦੇ ਮੈਂ ਕੰਨ 'ਚ ਇੱਕ ਗੱਲ ਕਹੀ ਸੀ ਕਿ ਮੈਂ ਤੈਨੂੰ ਹਰਿਦੁਆਰ ਤੋਂ ਲਿਆਇਆ, ਤੈਨੂੰ ਮੈਂ ਛੱਡਣ ਨਹੀਂ ਜਾਣਾ। ਕਈ ਦਫਾ ਸਾਈਕੋਲੋਜੀਕਲੀ ਬਹੁਤ ਕੰਮ ਕਰਦੀ ਚੀਜ਼। ਤੇ ਜਿੱਦਣ ਉਹ ਠੀਕ ਹੋਈ ਨਾ, ਤੇ ਉਦੋਂ ਫਿਰ ਮੈਂ ਇੱਕ ਪੰਜਾਬੀ ਗਾਣਾ ਵੀ ਲਿਖਿਆ ਸੀ, ਅੱਖੀਆਂ ਜਦ ਲੜੀਆਂ ਇਸ਼ਕੇ ਦੀ ਹੋਈ ਸ਼ੁਰੂਆਤ, ਹੋਈਆਂ ਮੁਲਾਕਾਤਾਂ ਪਿਆਰ ਦੀ ਹੋਈ ਬਰਸਾਤ। ਇਹ ਪੰਜਾਬੀ ਗਾਣਾ ਮੇਰਾ ਹੈ। ਅੱਛਾ ट्यून भी अच्छी बन गई है, स्टैंजे भी अच्छे हैं, क्योंकि लोगों ਕੋਲ ਅੱਜ ਕੱਲ੍ਹ ਇੱਕ ਜਾਂ ਦੋ ਸਟੈਂਜੇ ਤੋਂ ਜ਼ਿਆਦਾ ਨਹੀਂ ਹੁੰਦੇ। ਮੈਂ ਹਜੇ ਵੀ 3 ਸਟੈਂਜੇ ਜਾਂ 4 ਸਟੈਂਜੇ ਹੀ ਲਿਖਦਾ। ਰੀਸੈਂਟਲੀ ਬੇਟੇ ਨੇ ਇੱਕ ਭਜਨ ਲਿਖਵਾਇਆ ਮੇਰੇ ਕੋਲੋਂ ਸ਼ਿਵ ਜੀ ਦੇ ਉੱਤੇ, ਉਹ ਵੀ ਸਾਡਾ ਰਿਕਾਰਡ ਹੋ ਰਿਹਾ, ਬੰਮ ਬੋਲੇ ਬੰਮ ਬੰਮ। ਉਹ ਸਾਰਾ ਮੈਂ ਰਿਦਮ ਸੁਣਾਵਾਂ ਤੁਹਾਨੂੰ ਇੱਕ ਛੋਟੀ ਜੀ। अभी बैठे बैठे बनाया बम 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 बोले बम बोले बम बोले बम बोले हर कोई तेरा जयकारा बोले, बोल शिव शंभुनाथ की जय। कोरस है बम बोले बम बोले बम बोले बम बोले हर कोई तेरा जयकारा बोले। ये ਸਰ ਇੰਨਾ ਤੁਹਾਡੇ ਕੋਲੇ ਟੈਲੈਂਟ ਹੈ, ਹਰ ਇੱਕ ਚੀਜ਼ ਕਰਦੇ ਹੋ, ਤੇ ਉਹਨਾਂ ਨੂੰ ਟਾਈਮ ਦੇਣ ਦੇ ਲਈ, ਉਹਨਾਂ ਉੱਪਰ ਕੰਮ ਕਰਨ ਦੇ ਲਈ ਆਪਣੀ ਜ਼ਿੰਦਗੀ ਦੇ ਵਿੱਚ ਕਿਵੇਂ ਟਾਈਮ ਮੈਨੇਜ ਕਰਦੇ ਹੋ? ਟਾਈਮ ਮੈਂ ਮੈਨੇਜ ਕਰਦਾ ਜਦੋਂ ਮੈਂ ਆਪਣੀ ਬੀਵੀ ਦੀ ਸੇਵਾ ਕਰਦਾ, ਕਿਉਂਕਿ ਸ਼ੀ ਲਵਸ ਮੀ ਅ ਲੋਟ, ਕਿਉਂਕਿ ਉਹਨੇ ਮੇਰੀ ਬੜੀ ਸੇਵਾ ਕੀਤੀ ਹੈ। ਨਾ ਤਾਂ ਟਾਈਮ ਇਹ ਹੈ ਕਿ ਅਸੀਂ ਉਹਨਾਂ ਦੀ ਸੇਵਾ ਕਰਾਂਗੇ ਤਾਂ ਮੇਵਾ ਮਿਲੇਗਾ। ਦੂਜੀ ਸੇਵਾ ਮੈਂ ਆਪਣੇ ਬੇਟੇ ਦੀ ਕਰ ਰਿਹਾ। ਆਈ ਲਵ ਹਿਮ, ਉਹ ਮੇਰੀਆਂ ਬਲੈਸਿੰਗ ਹੈ। ਉਹ ਮੈਨੂੰ ਪ੍ਰਭੂ ਨੇ ਇੱਕ ਪ੍ਰਸ਼ਾਦ ਦਿੱਤਾ ਹੋਇਆ ਜਿਹਨੂੰ ਮੈਂ ਰੈਲਿਸ਼ ਕਰਨਾ ਹੈ ਨਾ। ਬੜੇ ਲੋਕ ਕਹਿੰਦੇ ਜੀ ਤੁਹਾਡਾ ਬੱਚਾ ਤੁਸੀਂ ਕਿੱਥੇ ਇਹ ਹੈ ਤੇ ਸੈਂਡ, ਮੈਂ ਨੋ ਨਥਿੰਗ ਡੂਇੰਗ। ਮੈਂ ਕਿਸੇ ਨੂੰ ਉਂਗਲ ਨਹੀਂ ਕਰਨ ਦਿੱਤਾ, ਖਾਸ ਕਰ ਰਿਲੇਟਿਵ ਤੁਹਾਨੂੰ ਨਾ ਡੀਮੋਰਲਾਈਜ਼ ਬਹੁਤ ਕਰਦੇ ਆ, ਰਾਈਟ। ਸੋ ਆਈ ਨੈਵਰ ਗੋ ਆਫਟਰ ਦੈਮ। ਮੈਂ ਇਹ ਚਾਹੁੰਦਾ ਕਿ ਪ੍ਰਭੂ ਨੇ ਜੋ ਤੁਹਾਨੂੰ ਚੀਜ਼ ਦਿੱਤੀ ਹੈ ਉਹਨੇ ਕੁਝ ਦੇ ਕੇ ਦਿੱਤੀ ਹੋਗੀ ਨਾ। ਔਰ ਉਹੀ ਬੱਚਾ ਜਦੋਂ ਮੇਰੇ ਗਾਣੇ ਕਰੈਕਟ ਕਰਵਾਉਂਦਾ ਤੇ ਫਿਰ ਦੇਣ ਕਿਹਦੀ ਹੋਈ? ਉਸ ਬੱਚੇ ਦੀ ਦੇਣ ਆ ਨਾ, ਜਿਹਨੇ ਮੈਨੂੰ ਰਾਈਟਰ ਵੀ ਬਣਾਤਾ, ਕੰਪੋਜ਼ਰ ਵੀ ਬਣਾਤਾ। ਅਦਰਵਾਈਜ਼ ਮੈਂ ਠੀਕ ਸੀ, ਡਾਇਰੈਕਸ਼ਨ 'ਚ ਸੀ, ਐਕਟਿੰਗ ਕਰ ਲੈਂਦੇ ਸੀ, ਮਿਮਿਕਰੀ ਸ਼ੋਜ਼ ਕਰੀ ਜਾਂਦੇ ਸੀ, ਲੇਕਿਨ ਨਵੀਂ ਸਟਰੀਮ ਇੰਟਰੋਡਿਊਸ ਉਸ ਬੱਚੇ की वजह से हुई है। ਤੇ ਸਰ ਹੁਣ ਤੁਹਾਡੇ ਭਵਿੱਖ ਨੂੰ ਲੈ ਕੇ ਕੀ ਸੁਪਨੇ ਨੇ, ਕੀ ਕਰਨਾ ਚਾਹੁੰਦੇ ਹੋ ਜ਼ਿੰਦਗੀ ਦੇ ਵਿੱਚ? ਦੇਖੋ ਜ਼ਿੰਦਗੀ ਦੇ ਵਿੱਚ ਜਦ ਤੱਕ ਸੁਪਨੇ ਰਹਿਣ ਤਦ ਤੱਕ ਜ਼ਿੰਦਗੀ ਰਹੇਗੀ। ਜਿੱਦਣ ਸੁਪਨੇ ਖਤਮ ਹੋ ਗਏ ਸਮਝੋ ਇਨਸਾਨ ਖਤਮ ਹੋ ਗਿਆ। ਹੁਣ ਮੇਰੇ ਸੁਪਨੇ ਕਿੰਨੇ ਆ? ਬਿਕੋਜ਼ ਆਈ ਹੈਵ 3 ਸਨਸ। ਸਭ ਨੂੰ ਵੱਡਾ ਸੁਪਨਾ ਹੈ ਕਿ ਮੇਰਾ ਬੇਟਾ ਇੰਡੀਪੈਂਡੈਂਟ ਹੋ ਜਾਏ। ਸੈਕੰਡ ਮਾਈ ਸਨ ਹੀ ਇਜ਼ ਇਨ ਡਾਇਰੈਕਸ਼ਨ ਲਾਈਨ, ਨਯਨ ਅਵਸਥੀ। ਉਹ APJ ਦਾ ਪੜ੍ਹਿਆ ਬੱਚਾ, ਗੋਲਡ ਮੈਡਲਿਸਟ ਹੈ ਬੱਚਾ, ਉਹਨੇ ਬੜੀ ਜਗ੍ਹਾ ਕੰਮ ਕੀਤਾ। ਨੋ ਡਾਇਰੈਕਸ਼ਨ 'ਚ ਹੈ, ਉਹਦੀ ਮੈਮਰੀ ਬੜੀ ਸ਼ਾਰਪ ਹੈ। ਉਹਦੇ ਅਗਰ ਤੁਸੀਂ 18 ਪਲੇ ਪਿਛਲੇ ਸੁਣਨਾ ਚਾਹੋ ਨਾ, ਵਰਡ ਟੂ ਵਰਡ ਉਹ ਤੁਹਾਨੂੰ ਸੁਣਾ ਦੇਗਾ। ਉਹਨੇ ਨੋ ਹੀ ਇਜ਼ ਡੂਇੰਗ। ਇੱਕ ਇਹ ਸੁਪਨਾ ਕਿ ਉਹਦੀ ਸਕਸੈਸ ਮਿਲ ਜਾਏ, ਹੈ ਨਾ। ਹੋ ਰਿਹਾ ਕੰਮ, ਕਰ ਰਿਹਾ ਬੱਚਾ। ਥਰਡ ਮਾਈ ਸਨ, ਉਹਨੇ ਜਸਟ ਗ੍ਰੈਜੂਏਸ਼ਨ ਕੀਤੀ ਹੈ, ਔਰ ਡਿਊਰਿੰਗ ਦੈਟ ਪੀਰੀਅਡ ਉਹ 3 ਮੂਵੀਜ਼ ਵੀ ਕਰ ਬੈਠਾ, ਪਲੇਜ਼ ਵੀ ਕੀਤੇ ਹੈ, ਮਿਮਿਕਰੀ 'ਚ ਗੋਲਡ ਮੈਡਲਿਸਟ ਵੀ ਹੈ। ਹੁਣ ਉਹ ਕਰਾਟੇ ਦਾ ਮਤਲਬ ਉਹਨੂੰ ਬਲੂ ਬੈਲਟ ਮਿਲਣ ਵਾਲੀ ਹੈ, ਅੱਜ ਕੱਲ੍ਹ 'ਚ ਮਿਲ ਰਹੀ है। ठीक कर रहे बच्चे अपने। तो ये सपने जो है ना, ये कभी मत सोचो। सपना वही अच्छा है जो जागते हुए देखो। सो के तो हर कोई सपना देखता है, ठीक है। और उन बच्चों के लिए मेरी एक गाइडेंस कह लो या एक टीच कह लो। हम लोग ना सेंट सोल्जियर में डायरेक्शन कर रहे थे। सेकंड लास्ट डे जब मैं पहुंचा तो मैंने नयन को बोला, मैं क्या रिहर्सल क्यों नहीं हो रही? कहने पापा लास्ट मोमेंट पे आके जो मेन कैरेक्टर है वो भूल गया। मैं कहा यार ऐसे कैसे, कल परफॉर्मेंस है सुबह। मैं कहाँ बच्चा? तो दैट बच्चा वाज नॉट देयर। बाकी बच्चों ने उसको गालियाँ गुलियाँ निकाली होगी, वो ना स्टेज के पीछे जाके रो रहा था। तो मैंने कहा नहीं, उस बच्चे को बुलाओ, मैं उससे मिलूँगा। मैं कहा बेटे वरिंदर व्हाट हैपन,
ਕਹਿੰਦਾ ਜੀ ਸੋਰ ਗੁਰੂ ਜੀ ਮੈਂ ਭੁੱਲ ਗਿਆ ਸੀਗਾ, ਇਹਨਾਂ ਨੇ ਸਾਰਿਆਂ ਨੇ ਮੈਨੂੰ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਦਿਸ ਐਂਡ ਦੈਟ। ਮੈਂ ਕਿਹਾ ਬੇਟਾ ਗੱਲ ਸੁਣ, ਯੂ ਹੈਵ ਗਿਵਨ ਮੀ ਦਾ ਪਲਾਟ, ਕੁਛ ਲਿਖਣ ਲਈ ਤੂੰ ਮੈਨੂੰ ਇੱਕ ਪਲਾਟ ਦਿੱਤਾ, ਮੈਂ ਤੇਰਾ ਉਹਦੇ ਸ਼ੁਕਰੀਆ ਅਦਾ ਕਰਦਾ। ਚੱਲ ਉੱਠ, ਤੇਰੇ ਲਈ ਮੈਂ 2 ਲਾਈਨਾਂ ਲਿਖੀਆਂ, ਉਹਨੂੰ ਸੁਣ ਲੈ, ਜੇ ਦਿਲ करे तो एक्टिंग कर ले, नहीं तो छोड़ दें। तब मैंने ये लिखा उन बच्चों के लिए जो कहते हैं कि हम फेल हो गए हैं। फेल्योर वर्ड तो डिक्शनरी में नहीं होना चाहिए बच्चों के, ख़ास कर बच्चों के। तब मैंने ये लिखा था, तू रुकना नहीं, तू झुकना नहीं, मत सोच के कोई तेरे साथ नहीं, खुद को कर बुलंद इतना कि खुद खुदा तेरे पास आ जाए। अगर खुदा तेरे पास है तो सारी कायनात तेरे पास में है, तेरे हाथ में है। तू बढ़ता चल, तू चलता चल, मंजिल ज़रूर पाओगे, न डर, हिम्मत ना हार, खुद ही संभल जाओगे। इंसान ਨੂੰ खुद ही संभलना पैंदा है तो फिर ही कारवा बनता है। जो आप गिर गए, उठे नहीं, चले नहीं तो मंजिल क्या खाक पाओगे। और क्या ही इमेजिन सिमरन, राती इसी हॉल ਦੇ ਵਿੱਚ 3:30 ਵਜੇ ਤੱਕ ਰਿਹਰਸਲ ਕਰਾਈ ਹੈ ਮੇਰੇ ਬੇਟੇ ਨੇ, और 11 ਵਜੇ ਕੰਪੀਟੀਸ਼ਨ ਲੜਿਆ ਤੇ 8 ਕਲਰ ਜਿੱਤੇ ਬੱਚੇ। ਇਹ ਹੈ ਡਿਵੋਸ਼ਨ। ਬਹੁਤ ਬਹੁਤ ਧੰਨਵਾਦ ਸਰ। ਸੋ ਸਾਡੇ ਨਾਲ ਦਵਿੰਦਰ ਸ਼ਰਮਾ ਮੌਜੂਦ ਸਨ, ਗੱਲਬਾਤ ਕੀਤੀ, ਵੱਖ-ਵੱਖ ਟੈਲੈਂਟ ਤੁਹਾਡੇ ਰੂਬਰੂ ਕੀਤਾ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਸਾਡਾ ਪ੍ਰੋਗਰਾਮ ਜ਼ਰੂਰ ਪਸੰਦ ਆਵੇਗਾ। ਕੈਮਰਾ ਪਰਸਨ ਸੁਸ਼ੀਲ ਦੇ ਨਾਲ ਮੈਂ ਸਿਮਰਨ, ਜਲੰਧਰ ਤੋਂ।